ਅਸੀਂ ਨੋਟ ਕਰਦੇ ਪਏ ਸੀ 24 ਤਰੀਕ ਤੋਂ ਸੈਸ਼ਨ ਸ਼ੁਰੂ ਹੋਇਆ। ਇੱਕਾ ਦੁੱਕਾ ਗੱਲ ਨੂੰ ਛੱਡ ਕੇ ਕਿਸੇ ਨੇ ਬੇਅਦਬੀ ਦੇ ਮੁੱਦੇ ਤੇ ਕੋਈ ਸਟਰੋਂਗ ਪੁਆਇੰਟ ਨਹੀਂ ਰੱਖਿਆ। ਸਾਨੂੰ ਇਹ ਪਤਾ ਲੱਗਿਆ ਕਿ ਮੂਵਮੈਂਟ ਜਿਹੜੀ ਹੈ ਨਾ, ਧਿਆਨ ਦਿਵਾਊ ਮਤਾ ਜਿਹੜਾ 24 ਤਰੀਕ ਦਾ ਪੇਸ਼ ਕੀਤਾ ਸੀ ਤੇ ਉਹਨੂੰ ਇਹ ਕਹਿ ਦਿੱਤਾ ਕਿ ਬੜਾ ਲੰਮਾ ਹੈ, 2.5 ਪੇਜਾਂ ਦਾ ਇੱਕ ਮਤਾ ਸੀ, ਉਹਨੂੰ ਇਹ ਕਹਿ ਕੇ ਉਹਨਾਂ ਨੇ ਰੱਖ ਦਿੱਤਾ, ਰਿਜੈਕਟ ਕਰ ਦਿੱਤਾ, ਅਸਵੀਕਾਰ ਕਰ ਦਿੱਤਾ। ਬੜਾ ਦੁੱਖ ਲੱਗਾ ਅੱਜ ਸਪੀਕਰ ਸਾਹਿਬ, ਅੱਜ ਬੜਾ ਦੁੱਖ ਕਿੰਨੇ ਉੱਥੇ ਪਗੜੀਧਾਰੀ ਗੁਰਸਿੱਖ ਬੈਠੇ ਸੀ, ਕਿੰਨੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ। ਮੈਨੂੰ ਨਹੀਂ ਲੱਗਦਾ ਉੱਥੇ 116 ਜਾਂ ਜਿੰਨੇ ਵੀ ਸੀਗੇ ਉਹਨਾਂ ਦੇ ਵਿੱਚੋਂ ਕਿਸੇ ਨੇ ਕਦੇ ਗੁਰੂ ਘਰ ਦਾ ਲੰਗਰ ਨਾ ਛਕਿਆ ਹੋਏ। ਤੇ ਜੇ ਗੁਰੂ ਦਾ ਲੰਗਰ ਛਕਿਆ ਤੇ ਜੇ ਨਮਕ ਖਾਧਾ ਗੁਰੂ ਘਰ ਦਾ, ਤੇ ਭਾਈ ਫਿਰ ਅੱਜ ਤਾਂ ਬੋਲਣ ਦਾ ਸਮਾਂ ਸੀ ਕਿ ਉਹ ਨਾ ਬੋਲੇ। ਪਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਉਹ ਬੋਲ ਪਏ, ਕੁੰਵਰ ਵਿਜੇ ਪ੍ਰਤਾਪ ਬੋਲ ਪਏ, ਬਾਕੀਆਂ ਦੇ ਮੂੰਹ ਨੂੰ ਕਿਉਂ ਜਿੰਦਰੇ ਵੱਜ ਕੇ? ਇਹ ਸਭ ਤੋਂ ਵੱਡਾ ਸਵਾਲ ਹੈ ਅੱਜ ਦਾ। ਕੈਂਪੇਨਾਂ ਦੇ ਦੌਰਾਨ ਹੀ ਸਾਡੀ ਗੱਲ ਸਮਝ ਆਉਂਦੀ ਹੈ ਤੇ ਹਿਮਾਚਲ ਸਾਡੇ ਤੋਂ ਦੂਰ ਨਹੀਂ ਤੇ ਹਰਿਆਣਾ ਸਾਡੇ ਤੋਂ ਦੂਰ ਨਹੀਂ। ਅਸੀਂ ਉੱਥੇ ਜਾ ਕੇ ਫਿਰ ਡਿਮਾਂਡ ਰੱਖਾਂਗੇ ਕਿ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ। ਜੋ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕੋ। ਬਾਰ-ਬਾਰ ਕਹਿਣਾ ਮੇਰਾ ਬੜਾ ਦਿਲ ਦੁਖਦਾ ਕਿ ਪੰਜਾਬ ਦੇ ਵਿੱਚ 400 ਤੋਂ ਵੱਧ ਵਾਰ 400 ਦਿਮਾਗ ਖਰਾਬ ਹੋ ਜਾਂਦਾ ਜੇ ਇਹਨੂੰ ਸੋਚਣ ਲੱਗ ਪਈ। ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਿ 400 ਤੋਂ ਵੱਧ ਵਾਰ ਪੰਜਾਬ 'ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਸਾਡੇ ਲੀਡਰ ਜਿਹੜੇ ਨੇ ਗੱਲ ਸੁਣਨ ਨੂੰ ਤਿਆਰ ਨਹੀਂ। ਇੱਕ ਪਟਨਾ ਸਾਹਿਬ ਦਾ ਜੰਪਲ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਮੁੱਦਾ ਉਠਾਉਂਦਾ ਬੇਅਦਬੀ ਦਾ ਤੇ ਬਾਕੀਆਂ ਨੂੰ ਕੀ ਹੋ ਗਿਆ? ਕੋਈ ਸੱਪ ਸੁੰਘ ਗਿਆ ਸੀ ਕਿਸੇ ਨੂੰ? ਸਜ਼ਾ ਕਿੰਨੀ ਦੇਣੀ? ਕੋਈ ਸਿਸਟਮ ਹੀ ਨਹੀਂ। 295 ਧਾਰਾ ਲਾ ਕੇ ਸਾਰੇ ਇੱਧਰ ਉੱਧਰ ਹੋ ਜਾਂਦੇ ਨੇ, ਜਾ ਕਹਿ ਦਿੰਦੇ ਨੇ ਪੱਖੇ ਤੋਂ ਅੱਗ ਲੱਗੀ। ਮੈਨੂੰ ਨਹੀਂ ਲੱਗਦਾ ਇਸ ਜਗ੍ਹਾ ਦੇ ਉੱਤੇ ਕਦੀ ਕਿਸੇ ਨੂੰ ਪੱਖੇ ਨੂੰ ਅੱਗ ਲੱਗੀ, ਨਾ ਕਿਸੇ ਦੇ ਘਰ 'ਚ ਲੱਗਦੀ। ਸਿਰਫ ਜਿੱਥੇ ਬੇਅਦਬੀ ਹੋ ਜਾਂਦੀ ਪ੍ਰਬੰਧਕ ਉਸ ਗੱਲ ਨੂੰ ਕਹਿ ਦਿੰਦੇ ਨੇ ਤੇ ਬਾਕੀ ਸਾਰੇ ਉਹਦੇ ਨਾਲ ਤੁਰ ਪੈਂਦੇ, ਪੁਲਿਸ ਵੀ ਚੱਲ ਪੈਂਦੀ ਹੈ। ਤੇ ਆਮ ਐਮਐਲਏ ਜਾਂ ਜਿਹੜੇ ਮੰਤਰੀ ਨੇ ਉਹਨਾਂ ਨੂੰ ਤਾਂ ਵੈਸੇ ਹੀ ਮੈਨੂੰ ਲੱਗਦਾ ਕਿ ਇਦਾਂ ਦਾ ਉਹਨਾਂ ਨੂੰ ਕੋਈ ਵਿਪ ਜਾਰੀ ਕਰ ਦਿੱਤੀ ਕਿ ਤੁਸੀਂ ਬੋਲਣਾ ਨਹੀਂ। ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ, ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ। ਸਿੱਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਮੁੱਦੇ ਉੱਠਦੇ ਨੇ। ਕਾਫੀ ਸਮਾਂ ਪਹਿਲਾਂ ਜੇ ਗੱਲ ਕੀਤੀ ਜਾਵੇ, ਕੁੰਵਰ ਵਿਜੇ ਪ੍ਰਤਾਪ ਉਸ ਚੀਜ਼ ਨੂੰ ਬਰੀਕੀ ਦੇ ਨਾਲ ਦੇਖਦੇ ਨੇ ਤਾਂ ਇਸ ਸਿੱਟ ਦੇ ਮੁਖੀ ਰਹਿੰਦੇ ਨੇ, ਪਰ ਉਹਨਾਂ ਦੀ ਆਵਾਜ਼ ਕਿਤੇ ਨਾ ਕਿਤੇ ਦਬ ਕੇ ਰਹਿ ਜਾਂਦੀ ਹੈ, ਆਵਾਜ਼ ਨਹੀਂ ਚੁੱਕੀ ਜਾਂਦੀ ਤਾਂ ਉਹ ਸਿਆਸਤ ਦੇ ਵਿੱਚ ਜਾਂਦੇ ਨੇ, ਆਪਣਾ ਪੈਰ ਪਸਾਰਦੇ ਨੇ। ਪਰ ਉਸ ਦੇ ਨਾਲ ਹੀ ਅੱਜ ਹਾਂ ਦਾ ਨਾਰਾ ਜਿਹੜਾ ਮਾਰਿਆ ਗਿਆ ਹੈ ਸੈਸ਼ਨ ਦੇ ਵਿੱਚ, ਸਿੱਖ ਜਿਹੜੇ ਲਗਾਤਾਰ ਗੁਹਾਰ ਲਗਾ ਰਹੇ ਸੀ ਕਿ ਬੇਅਦਬੀ ਦਾ ਇਨਸਾਫ ਮਿਲੇ, ਉਸ ਦੀ ਆਵਾਜ਼ ਬੁਲੰਦ ਹੋਵੇ ਤਾਂ ਜੋ ਹਾਕਮਾਂ ਦੇ ਤੱਕ ਪਹੁੰਚ ਸਕੇ, ਜੋ ਬੇਅਦਬੀ ਹੋਈ ਹੈ ਉਸ ਦਾ ਇਨਸਾਫ ਮਿਲ ਸਕੇ। ਉਸ ਦੇ ਨਾਲ ਹੀ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਨੇ, ਇੱਕ ਮੈਂ ਪੋਸਟਰ ਦਿਖਾਉਣਾ ਚਾਹਾਂਗਾ ਹਾਂ ਦਾ ਨਾਰਾ ਮਾਰਨ ਲਈ ਕੁੰਵਰ ਵਿਜੇ ਪ੍ਰਤਾਪ ਜੀ ਦਾ ਧੰਨਵਾਦ ਕਰ ਰਹੇ ਨੇ। 8 ਪੈ ਟਹਿਲ ਸੇਵਾ ਲਹਿਰ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹਨਾਂ ਨੇ ਲਹਿਰ ਚਲਾਈ ਹੈ। ਤਕਰੀਬਨ ਅੱਜ 8-10 ਮਹੀਨੇ ਹੋਏ ਨੇ, ਪਰ ਇਹਨਾਂ ਨੇ ਅੱਜ ਕੁੰਵਰ ਵਿਜੇ ਪ੍ਰਤਾਪ ਦੇ ਜਿਹੜਾ ਹਾਂ ਦਾ ਨਾਰਾ ਮਾਰਿਆ ਉਸ ਦੇ ਵਿੱਚ ਤਾਰੀਫ ਕਰ ਰਹੇ ਨੇ, ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਨੇ। ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ। ਭਾਈ ਸਾਹਿਬ ਜੀ, ਕਿਵੇਂ ਦੇਖਿਆ ਜਾਵੇ, ਅੱਜ ਤਕਰੀਬਨ ਕਾਫੀ ਸਮਾਂ ਹੋ ਗਿਆ, ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਬੋਲਦੇ ਰਹਿੰਦੇ ਸੀ, ਸਿੱਟ ਦੇ ਮੁਖੀ ਸੀ, ਉਹਨਾਂ ਦੇ ਹੱਥ 'ਚ ਸਭ ਕੁਝ, ਉਹ ਨੇੜੇ ਪਹੁੰਚ ਚੁੱਕੇ ਸੀ ਵੀ ਬੇਅਦਬੀ ਕੌਣ ਕਰਾ ਰਿਹਾ ਸੀ, ਕੌਣ ਇਸ ਦੇ ਪਿੱਛੇ ਸੀ, ਤਾਂ ਅੱਜ ਹਾਂ ਦਾ ਨਾਰਾ ਵੱਜਿਆ, ਕਿਵੇਂ ਦੇਖਦੇ? ਸੋ ਬਿਲਕੁਲ ਅੱਜ ਦੀ ਜਿਹੜੀ ਘਟਨਾ ਮੈਂ ਸਮਝਦਾ, ਪਹਿਲਾਂ ਮੈਂ ਇੱਥੋਂ ਸ਼ੁਰੂ ਕਰਾਂ ਤੇ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਨਾ, ਅਸੀਂ ਨੋਟ ਕਰਦੇ ਪਏ ਸੀ 24 ਤਰੀਕ ਤੋਂ ਸੈਸ਼ਨ ਸ਼ੁਰੂ ਹੋਇਆ। ਇੱਕਾ ਦੁੱਕਾ ਗੱਲ ਨੂੰ ਛੱਡ ਕੇ ਕਿਸੇ ਨੇ ਬੇਅਦਬੀ ਦੇ ਮੁੱਦੇ ਤੇ ਕੋਈ ਸਟਰੋਂਗ ਪੁਆਇੰਟ ਨਹੀਂ ਰੱਖਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਜਿਹੜਾ ਪੁਆਇੰਟ ਰੱਖਿਆ, ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 24 ਤਰੀਕ ਨੂੰ ਇਹਦੇ ਵਾਸਤੇ ਨੋਟਿਸ ਦੇ ਦਿੱਤਾ ਸੀ। ਉਹਨਾਂ ਨੇ ਮੰਗ ਕੀਤੀ ਸੀ ਕਿ 28 ਤਰੀਕ ਨੂੰ ਜਿਹੜਾ ਹੈ ਸਾਨੂੰ ਇਸ ਵਿਸ਼ੇ ਤੇ ਡਿਬੇਟ ਕਰਨੀ ਚਾਹੀਦੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਦੇ ਬਾਰੇ। ਵੇਖੋ, ਕੋਈ ਛੋਟਾ ਜਿਹਾ ਮਸਲਾ ਤਾਂ ਹੈ ਨਹੀਂ, ਹੈ ਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ, ਉਹ ਵੀ ਇੱਕ ਨਹੀਂ ਦੋ ਨਹੀਂ। ਮੈਂ ਕੀ ਦੱਸਾਂ, ਬਾਰ-ਬਾਰ ਕਹਿਣਾ ਮੇਰਾ ਬੜਾ ਦਿਲ ਦੁਖਦਾ ਕਿ ਪੰਜਾਬ ਦੇ ਵਿੱਚ 400 ਤੋਂ ਵੱਧ ਵਾਰ 400 ਦਿਮਾਗ ਖਰਾਬ ਹੋ ਜਾਂਦਾ ਜੇ ਇਹਨੂੰ ਸੋਚਣ ਲੱਗ ਪਈ। ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਿ 400 ਤੋਂ ਵੱਧ ਵਾਰ ਪੰਜਾਬ 'ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਸਾਡੇ ਲੀਡਰ ਜਿਹੜੇ ਨੇ ਗੱਲ ਸੁਣਨ ਨੂੰ ਤਿਆਰ ਨਹੀਂ। ਅੱਜ ਉਹਦਾ ਇੱਕ ਹੋਰ ਪ੍ਰਤੱਖ ਹੋ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਮੰਗ ਕੀਤੀ ਕਿ ਮੈਨੂੰ 10 ਮਿੰਟ ਹੀ ਦੇ ਦਿਓ।
ਜਾਂ ਸਾਰਾ ਹਾਊਸ ਅੱਧਾ ਘੰਟਾ ਲਾ ਲੇ ਤੇ ਇਹ ਬੜਾ ਇੱਕ ਜ਼ਰੂਰੀ ਵਿਸ਼ਾ। ਬਾਜਵਾ ਸਾਹਿਬ ਦਾ ਵੀ ਮੈਂ ਇੱਥੇ ਥੈਂਕਸ ਕਰਦਾ, ਪ੍ਰਤਾਪ ਸਿੰਘ ਬਾਜਵਾ, ਲੀਡਰ ਆਫ ਆਪੋਜੀਸ਼ਨ। ਉਹਨਾਂ ਨੇ ਉਸ ਗੱਲ ਨੂੰ ਇੰਡੋਰਸ ਕੀਤਾ ਕਿ ਹਾਂ ਇਹ ਗੱਲ ਬਹੁਤ ਸੀਰੀਅਸ ਆ, ਇਹ ਪੰਜਾਬੀਆਂ ਦੀ ਦਿਲ ਦੇ ਨਾਲ, ਰੂਹ ਨਾਲ ਜੁੜਿਆ ਹੋਇਆ ਮਸਲਾ। ਪਰ ਉਹਨਾਂ ਦੀ ਗੱਲ ਦੇ ਉੱਤੇ ਗੌਰ ਨਹੀਂ ਕੀਤਾ ਗਿਆ। ਬਹੁਤ ਦੁੱਖ ਹੋਇਆ, ਤੇ ਦੁੱਖ ਉਹਨਾਂ ਤੇ ਉਦੋਂ ਵੀ ਜ਼ਿਆਦਾ ਹੋਇਆ ਜਿਹੜੇ ਉੱਥੇ ਪਗੜੀ ਧਾਰੀ ਬੈਠੇ ਸੀ। ਦੇਖੋ, ਇੱਕ ਪਟਨਾ ਸਾਹਿਬ ਦਾ ਜੰਪਲ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਮੁੱਦਾ ਉਠਾਉਂਦਾ ਬੇਅਦਬੀ ਦਾ, ਤੇ ਬਾਕੀਆਂ ਨੂੰ ਕੀ ਹੋ ਗਿਆ? ਕੋਈ ਸੱਪ ਸੁੰਘ ਗਿਆ ਸੀ ਕਿਸੇ ਨੂੰ? ਬਾਕੀ ਕਿਉਂ ਚੁੱਪ ਰਹੇ? ਕਿਉਂ ਨਹੀਂ ਸਰਵਸੰਮਤੀ ਹੋਈ? ਅੱਜ ਕਿੰਨੀਆਂ ਗੱਲਾਂ ਤੇ ਸਰਵਸੰਮਤੀ ਹੋਈ। ਅਸੀਂ ਇਸ ਗੱਲ ਨੂੰ ਲੈ ਕੇ ਅਸੀਂ ਸੁਣਦੇ ਰਹੇ, ਸਾਰਾ ਬਜਟ ਸਾਰਾ ਸੁਣਿਆ, ਜੋ ਵੀ ਅੱਜ ਕਾਰਵਾਈਆਂ ਪਈਆਂ। ਮੈਨੂੰ ਲੱਗਦਾ ਕਿੰਨੀ ਵਾਰੀ ਇਹ ਗੱਲ ਸਪੀਕਰ ਸਾਹਿਬ ਨੇ ਕਹੀ ਕਿ ਸਰਵਸੰਮਤੀ ਸਰਵਸੰਮਤੀ ਸਰਵਸੰਮਤੀ। ਕਿ ਇਸ ਗੱਲ ਤੇ ਸਰਵਸੰਮਤੀ ਨਹੀਂ ਹੈ? ਇੱਕ ਮੈਂ ਸਵਾਲ ਕਰਨਾ ਚਾਹੁੰਦਾ, ਤੁਸੀਂ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਹੋ, ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ। ਕਿਉਂ ਭੇਜਿਆ? ਕਿ ਤੁਸੀਂ ਸਾਡੇ ਜ਼ਖਮਾਂ ਤੇ ਮਲਮ ਲਾਓਗੇ। ਮਾਨ ਸਾਹਿਬ, ਕੇਜਰੀਵਾਲ ਸਾਹਿਬ, ਤੁਹਾਡੇ ਤੇ ਭਰੋਸਾ ਕੀਤਾ, ਕਰੋੜਾਂ ਪੰਜਾਬੀਆਂ ਨੇ ਭਰੋਸਾ ਕੀਤਾ। ਐਵੇਂ ਨਹੀਂ 92 ਬਣ ਗਏ, ਅਸੀਂ ਵੀ ਉਹਦੇ 'ਚ ਸ਼ਾਮਲ। ਅਸੀਂ ਖੁਦ ਚਾਹੁੰਦੇ ਸੀ ਕਿ ਮਾਨ ਸਾਹਿਬ ਦੀ ਸਰਕਾਰ ਆਏ, ਪੰਜਾਬ ਦਾ ਭਵਿੱਖ ਉਜਲ ਹੋਏਗਾ। ਠੀਕ ਹੈ, ਬਾਕੀ ਸਾਰੇ ਪੱਖਾਂ ਤੇ ਕੰਮ ਕਰ ਰਹੇ, ਤੇ ਬੇਅਦਬੀ ਵਿੱਚੋਂ ਕਿਉਂ ਗਾਇਬ ਹੋ ਰਹੀ ਹੈ? ਅੱਜ ਵੀ ਬੇਅਦਬੀਆਂ ਹੋ ਰਹੀਆਂ ਨੇ। ਇਸ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਕੁੰਵਰ ਵਿਜੇ ਪ੍ਰਤਾਪ ਦੀ, ਤੁਸੀਂ ਸ਼ਲਾਘਾ ਕਰਦੇ ਹੋ। ਅਗਰ ਜੇ ਗੱਲ ਕੀਤੀ ਜਾਵੇ, ਕਾਫੀ ਸਮੇਂ ਤੋਂ ਦੇਖ ਰਹੇ ਇਸ ਚੀਜ਼ ਨੂੰ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਨੇ ਸਲਾਖਾਂ ਦੇ ਪਿੱਛੇ ਜਾਣ। ਤਾਂ ਅੱਜ ਕੋਈ ਮੁਲਾਕਾਤ ਹੋਈ ਕੁੰਵਰ ਵਿਜੇ ਪ੍ਰਤਾਪ ਨਾਲ, ਕੋਈ ਗੱਲਬਾਤ ਹੋਈ, ਕੋਈ ਅਜਿਹੀ ਗੱਲ ਕਹੀ ਉਹਨਾਂ ਨੇ ਜਾਂ ਤੁਸੀਂ ਉਹਨਾਂ ਨੂੰ ਕਹੀ ਹੋਵੇ? ਅੱਜ ਅਸੀਂ ਹੁਣੇ ਮਿਲ ਕੇ ਆਏ ਹਾਂ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ। ਮੈਂ ਸਮਝਦਾ ਇਹਦੇ 'ਚ ਅਸੀਂ ਵੱਡੇ ਭਾਗੇ ਹਾਂ, ਕਿਉਂਕਿ ਪਟਨਾ ਸ਼ਹਿਰ ਦਾ ਜਦੋਂ ਨਾਂ ਆ ਜਾਂਦਾ, ਪਟਨਾ ਸ਼ਹਿਰ ਵਿਖੇ ਭਾਵ ਲਇਓ, ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਥੋਂ ਦੇ ਨੇ। ਤੇ ਉਹਨਾਂ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਦੇ ਵਾਸਤੇ ਜੋ ਅੱਜ ਅਸੀਂ ਸ਼ਰਧਾ ਦੇਖੀ ਹੈ। ਉਹਨਾਂ ਨੇ ਆਖਿਆ ਕਿ ਜਦੋਂ ਮੈਂ ਉੱਥੇ ਕੋਟਾਂ ਕਾਟਾਂ ਨੇ ਮੈਨੂੰ ਥੋੜਾ ਡਿਸਟਰਬ ਕਰ ਦਿੱਤਾ, ਮੈਂ ਆਪਣੀ ਨੌਕਰੀ ਤੋਂ ਜਦੋਂ ਰਿਜ਼ਾਈਨ ਦੇ ਦਿੱਤਾ, ਤੇ ਫਿਰ ਮੈਂ ਗੁਰੂ ਕਲਗੀਧਰ ਨੂੰ ਬੇਨਤੀ ਕਰਦੀ ਸੀ ਕਿ ਮਹਾਰਾਜ ਹੁਣ ਇਹਨਾਂ ਦਾ ਤੂੰ ਨਿਬੇੜੀ। ਤੇ ਉਹ ਅਰਦਾਸ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਦਾ ਅਸਰ ਹੋਇਆ ਪੰਜਾਬ ਦੇ ਵਿੱਚ। ਬੇਅਦਬੀ ਕਰਨ ਵਾਲੇ, ਕਰਾਉਣ ਵਾਲੇ, ਜਾਂ ਉਹਨਾਂ ਨੂੰ ਸ਼ੈਲਟਰ ਦੇਣ ਵਾਲੇ, ਉਹਨਾਂ ਦਾ ਹਸ਼ਰ ਜੋ ਪੰਜਾਬ 'ਚ ਹੋਇਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਰ ਅੱਜ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਸਮਾਂ ਦੇ ਦਿਓ ਬੋਲਣ ਦਾ, ਸਾਨੂੰ ਬੜਾ ਦੁੱਖ ਸੀਗਾ ਜੀ ਇੱਕ ਗੱਲ ਦਾ। ਅਸੀਂ ਸਾਰੇ ਵੀਰ ਨਾ, ਅੱਜ ਜਿੰਨੇ ਜਥੇ ਤੇ ਬੈਠੇ ਨੇ ਸਾਰੇ, ਅਸੀਂ ਅਨੰਦਪੁਰ ਸਾਹਿਬ ਤੋਂ ਸਾਰੇ ਪੰਜਾਬ 'ਚ ਭੱਜੇ ਫਿਰਦੇ ਸੀ। ਅਸੀਂ ਚੰਨੀ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋਏ। ਇੱਕ ਕੰਮ ਤਾਂ ਹੈ ਸੰਗਤਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਟਹਿਲ ਸੇਵਾ ਦੇ ਵਿੱਚ 2-4 ਸਰੀਰ ਰੁਕਣ, ਘੱਟੋ ਘੱਟ 1-2 ਸਰੀਰ ਹਰ ਵੇਲੇ ਰਹਿਣੇ ਚਾਹੀਦੇ ਨੇ ਕਿ ਟਹਿਲ ਸੇਵਾ ਮਹਾਰਾਜ ਦੀ ਚੱਲਦੀ ਰਹੇ। ਤੇ ਇੱਕ ਬੇਅਦਬੀਆਂ ਨੂੰ ਰੋਕਣ ਦਾ ਇਹੀ ਤਰੀਕਾ। ਦੂਸਰਾ ਇਹ ਹੈ ਕਿ ਜਿਹੜੀਆਂ ਬੇਅਦਬੀਆਂ ਹੋ ਗਈਆਂ, ਉਹਨਾਂ ਨੂੰ ਸਜ਼ਾ ਕੌਣ ਦੇਵੇਗਾ? ਉਹਨਾਂ ਨੂੰ ਸਜ਼ਾ ਕਿੰਨੇ ਦੇਣੀ? ਕੋਈ ਸਿਸਟਮ ਹੀ ਨਹੀਂ। 295 ਧਾਰਾ ਲਾ ਕੇ ਸਾਰੇ ਇੱਧਰ ਉੱਧਰ ਹੋ ਜਾਂਦੇ ਨੇ, ਜਾ ਕਹਿ ਦਿੰਦੇ ਨੇ ਪੱਖੇ ਤੋਂ ਅੱਗ ਲੱਗ ਗਈ। ਮੈਨੂੰ ਨਹੀਂ ਲੱਗਦਾ ਇੱਥੇ ਇਸ ਜਗ੍ਹਾ ਦੇ ਉੱਤੇ ਕਦੀ ਕਿਸੇ ਨੂੰ ਪੱਖੇ ਨੂੰ ਅੱਗ ਲੱਗੀ, ਨਾ ਕਿਸੇ ਦੇ ਘਰ 'ਚ ਲੱਗਦੀ। ਸਿਰਫ ਜਿੱਥੇ ਬੇਅਦਬੀ ਹੋ ਜਾਂਦੀ, ਪ੍ਰਬੰਧਕ ਉਸ ਗੱਲ ਨੂੰ ਕਹਿ ਦਿੰਦੇ ਨੇ, ਤੇ ਬਾਕੀ ਸਾਰੇ ਉਹਦੇ ਨਾਲ ਤੁਰ ਪੈਂਦੇ, ਪੁਲਿਸ ਵੀ ਚੱਲ ਪੈਂਦੀ ਹੈ। ਸੋ ਇਸੇ ਗੱਲ ਨੂੰ ਲੈ ਕੇ ਅਸੀਂ ਕੇਜਰੀਵਾਲ ਸਾਹਿਬ ਨੂੰ ਵੀ ਮੈਮੋਰੈਂਡਮ ਦਿੱਤਾ ਸੀ 24 ਦਸੰਬਰ ਨੂੰ ਕਿ ਤੁਸੀਂ ਇਹਨੂੰ ਸਖਤ ਕਰ ਦਿਓ। ਚੰਨੀ ਸਾਹਿਬ ਨੇ ਨਹੀਂ ਗੱਲ ਗੌਲੀ, ਉਹਨਾਂ ਦਾ ਜੋ ਹਸ਼ਰ ਹੋਇਆ ਸਾਡੇ ਸਾਰਿਆਂ ਦੇ ਸਾਹਮਣੇ ਆ। ਇਸ ਤੋਂ ਪਹਿਲਾਂ ਕੈਪਟਨ ਸਾਹਿਬ, ਮੈਂ ਅੱਜ ਫਿਰ ਉਹ ਗੱਲ ਇੱਕ ਰਿਪੀਟ ਕਰਨਾ ਚਾਹੁੰਦਾ, ਕਿਉਂਕਿ ਕਈ ਲੋਕ ਮੇਰੇ ਤੇ ਐਲੀਗੇਸ਼ਨ ਲਾਉਂਦੇ ਕਿ ਪਤਾ ਨਹੀਂ ਕਿਹਦਾ ਚੁੱਕਿਆ ਆ ਗਿਆ। ਅਸੀਂ ਕਿਸੇ ਦੇ ਚੁੱਕੇ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚੁੱਕੇ ਆਏ ਆ। ਉਹਦੇ ਬੱਚੇ ਆ, ਸਾਡਾ ਧੜਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ, ਤੇ ਅਸੀਂ ਉਹਨਾਂ ਦੇ ਵਾਸਤੇ ਜੋ ਬੋਲਿਆ ਜਾਊਗਾ, ਜੋ ਕੀਤਾ ਜਾਊਗਾ, ਕਰਾਂਗੇ। ਜਿੱਦਣ ਬੇਅਦਬੀ ਹੋਈ ਸੀ, ਕੈਪਟਨ ਅਮਰਿੰਦਰ ਸਿੰਘ ਹੁਸ਼ਿਆਰਪੁਰੋਂ ਮੋੜ ਆਏ ਸੀ। ਉਦੋਂ ਸਾਡਾ ਜਿਹੜਾ ਪ੍ਰੋਗਰਾਮ ਸੀ, ਉੱਥੇ ਮੈਂ ਇਸੇ ਟੋਨ 'ਚ ਹੀ ਗੱਲ ਕੀਤੀ ਸੀ ਕਿ ਕੈਪਟਨ ਸਾਹਿਬ ਤੁਹਾਨੂੰ ਅੱਜ ਇੱਥੇ ਆਉਣਾ ਚਾਹੀਦਾ ਸੀ ਤਖਤ ਸਾਹਿਬ ਤੇ। ਉਹ ਸਾਰਾ ਕੁਝ ਔਨ ਰਿਕਾਰਡ ਆ ਸਾਡਾ। ਚੰਨੀ ਸਾਹਿਬ ਨੂੰ ਅਸੀਂ ਮਿਲੇ, ਉਹਨਾਂ ਨੇ ਚਲੋ ਸਾਡੀ ਇੱਜ਼ਤ ਮਾਣ ਨਾਲ ਗੱਲ ਸੁਣੀ, ਕਰ ਨਹੀਂ ਕੁਝ ਸਕੇ। ਪਤਾ ਨਹੀਂ ਇਹਨਾਂ ਦੇ ਪਿੱਛੇ ਕਿਹੜੀ ਚੀਜ਼ ਆ ਵੀ ਇਹਨਾਂ ਨੂੰ ਕਰ ਨਹੀਂ ਕੁਝ ਦਿੰਦੇ। ਰੰਧਾਵਾ ਸਾਹਿਬ ਨੂੰ ਮਿਲੇ, ਗ੍ਰਹਿ ਮੰਤਰੀ ਸੀ, ਉਹਨਾਂ ਵੀ ਗੱਲ ਕਹੀ ਕਿ ਫਾਈਲ ਜਿਹੜੀ ਕੇਂਦਰ ਕੋ ਪਈ ਹੈ ਮੈਂ ਕੋਸ਼ਿਸ਼ ਕਰਾਂਗਾ, ਪਰ ਇਹ ਕੋਸ਼ਿਸ਼ਾਂ ਪਤਾ ਨਹੀਂ ਕਿੱਥੇ ਰਹਿ ਜਾਂਦੀਆਂ। ਉਦੋਂ ਬਾਅਦ ਅਸੀਂ ਕੇਜਰੀਵਾਲ ਸਾਹਿਬ ਨੂੰ ਮਿਲੇ ਕੰਪੇਨ ਦੇ ਦੌਰਾਨ 24 ਦਸੰਬਰ ਨੂੰ। ਸਾਡੇ ਨਾਲ ਮੈਂ ਅੱਜ ਗੱਲ ਸਾਂਝੀ ਕੀਤੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨਾਲ, ਉਹ ਵੀ ਉਸ ਵੇਲੇ ਸਟੇਜ ਤੇ ਸਨ। ਸਟੇਜ ਦੀ ਕਾਰਵਾਈ ਰੋਕ ਕੇ ਸਾਨੂੰ ਸਟੇਜ ਤੇ ਬੁਲਾ ਕੇ ਮੈਮੋਰੈਂਡਮ ਲਿਆ ਗਿਆ। 5 ਮਿੰਟ ਲੱਗੇ ਸਾਰੀ ਇਸ ਪ੍ਰੋਸੀਜਰ ਨੂੰ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਸਟੇਜ ਤੇ ਬੋਲੇ ਨੇ ਕਿ ਹਾਂ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ, ਸਖਤ ਸਜ਼ਾਵਾਂ ਦੇਵਾਂਗੇ। ਪਰ ਅੱਜ ਵੇਖ ਲਓ ਕਿੰਨੇ ਮਹੀਨੇ ਹੋ ਗਏ, ਇਸ ਤੋਂ ਬਾਅਦ ਕੋਈ ਬੇਅਦਬੀ ਤੇ ਬੋਲਿਆ? ਛੋਟੇ ਆਮ ਐਮਐਲਏ ਜਾਂ ਜਿਹੜੇ ਮੰਤਰੀ ਨੇ, ਉਹਨਾਂ ਨੂੰ ਤਾਂ ਵੈਸੇ ਹੀ ਮੈਨੂੰ ਲੱਗਦਾ ਕਿ ਇਦਾਂ ਦਾ ਉਹਨਾਂ ਨੂੰ ਕੋਈ ਵਿਪ ਜਾਰੀ ਕਰ ਦਿੱਤੀ ਕਿ ਤੁਸੀਂ ਬੋਲਣਾ ਨਹੀਂ। ਤੇ ਨਾ ਤਾਂ ਕਿਤੇ ਮਾਨ ਸਾਹਿਬ ਦਾ ਕੋਈ ਬਿਆਨ ਬੇਅਦਬੀ ਤੇ ਆਇਆ,
ਤੇ ਨਾ ਹੀ ਕੇਜਰੀਵਾਲ ਸਾਹਿਬ ਦਾ ਆਇਆ। ਤੇ ਅੱਜ ਤਾਂ ਉਦੋਂ ਵੀ ਵੱਡੀ ਹੈਰਾਨੀ ਹੋ ਗਈ, ਸਾਨੂੰ ਇਹ ਪਤਾ ਲੱਗਿਆ ਕਿ ਮੂਵਮੈਂਟ ਜਿਹੜੀ ਹੈ ਨਾ, ਧਿਆਨ ਦਿਵਾਊ ਮਤਾ ਜਿਹੜਾ 24 ਤਰੀਕ ਦਾ ਪੇਸ਼ ਕੀਤਾ ਸੀ, ਤੇ ਉਹਨੂੰ ਇਹ ਕਹਿ ਦਿੱਤਾ ਕਿ ਬੜਾ ਲੰਮਾ ਹੈ, 2.5 ਪੇਜਾਂ ਦਾ ਇੱਕ ਮਤਾ ਸੀ, ਉਹਨੂੰ ਇਹ ਕਹਿ ਕੇ ਉਹਨਾਂ ਨੇ ਰੱਖ ਦਿੱਤਾ, ਰਿਜੈਕਟ ਕਰ ਦਿੱਤਾ, ਅਸਵੀਕਾਰ ਕਰ ਦਿੱਤਾ। ਬੜਾ ਦੁੱਖ ਲੱਗਾ ਅੱਜ ਸਪੀਕਰ ਸਾਹਿਬ, ਅੱਜ ਬੜਾ ਦੁੱਖ ਲੱਗਾ। ਬੜੀਆਂ ਉਮੀਦਾਂ ਸੀ ਤੁਹਾਡੇ ਤੋਂ ਪੰਜਾਬੀਆਂ ਨੂੰ, ਤੁਸੀਂ ਬਹੁਤ ਕੁਝ ਪਹਿਲਾਂ ਵਾਅਦੇ ਕੀਤੇ ਸੀ, ਤੁਹਾਡਾ ਹੀ ਹਲਕਾ ਸੀ, ਤੁਹਾਡਾ ਹੀ ਏਰੀਆ ਜਿੱਥੇ ਸਭ ਤੋਂ ਵੱਡੇ ਸ਼ੁਰੇ ਵੱਜੇ ਹੋਏ ਨੇ। ਉਹ ਲਫ਼ਜ਼ ਸਾਨੂੰ ਭੁੱਲਦੇ ਨਹੀਂ ਜਿਹੜੇ ਉਹਨਾਂ ਨੇ ਛਪਕਾਏ ਸੀਗੇ, ਜਿਹੜੀਆਂ ਉਹਨਾਂ ਦੀਆਂ ਲਲਕਾਰਾਂ ਸੀ ਸਾਨੂੰ ਭੁੱਲਦੀਆਂ ਨਹੀਂ। ਪਰ ਅੱਜ ਮੈਂ ਆਪਣੀ ਗੱਲ ਜ਼ਰੂਰ ਅੱਜ ਪੂਰੀ ਕਰਨਾ ਚਾਹਾਂਗਾ ਕਿ ਅੱਜ ਜਿਹੜਾ ਤੁਸੀਂ ਇਹ ਗੱਲ ਕਹਿ ਕੇ ਉਹਦੇ ਉੱਤੇ ਕੋਈ ਤੁਹਾਡਾ ਕਮੈਂਟ ਨਹੀਂ ਆਇਆ। ਤੁਸੀਂ ਇੱਕ ਛੋਟੀ ਜੀ ਗੱਲ ਹੋਈ ਸੀ, ਕੋਈ ਮੈਨੂੰ ਲੱਗਦਾ ਕਿਸੇ ਬੱਚਿਆਂ ਦੀ ਸਿਲੈਕਸ਼ਨ ਦੀ ਕੋਈ ਗੱਲ ਸੀ, ਭਰਤੀ ਦੀ ਗੱਲ ਸੀ, ਉੱਥੇ ਤੁਸੀਂ ਜ਼ਰੂਰ ਇਹਨਾਂ ਕਮੈਂਟ ਕੀਤਾ ਕਿ ਮੇਰੇ ਹਲਕੇ ਦੇ, ਮੇਰੇ ਘਰ ਦੇ ਬਾਹਰ ਬੈਠੇ ਨੇ ਧਰਨੇ ਤੇ, ਇਹਨਾਂ ਦਾ ਕੁਝ ਹੱਲ ਕਰ ਲਓ। ਪਰ ਤੁਸੀਂ ਬੇਅਦਬੀ ਦੇ ਮੁੱਦੇ ਤੇ ਨਹੀਂ ਬੋਲੇ। ਕਿੰਨੇ ਉੱਥੇ ਪਗੜੀ ਧਾਰੀ ਗੁਰਸਿੱਖ ਬੈਠੇ ਸੀ, ਕਿੰਨੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ। ਮੈਨੂੰ ਨਹੀਂ ਲੱਗਦਾ ਉੱਥੇ 116 ਜਾਂ ਜਿੰਨੇ ਵੀ ਸੀਗੇ ਉਹਨਾਂ ਦੇ ਵਿੱਚੋਂ ਕਿਸੇ ਨੇ ਕਦੇ ਗੁਰੂ ਘਰ ਦਾ ਲੰਗਰ ਨਾ ਛਕਿਆ ਹੋਏ। ਤੇ ਜੇ ਗੁਰੂ ਦਾ ਲੰਗਰ ਛਕਿਆ ਤੇ ਜੇ ਨਮਕ ਖਾਧਾ ਗੁਰੂ ਘਰ ਦਾ, ਤੇ ਭਾਈ ਫਿਰ ਅੱਜ ਤਾਂ ਬੋਲਣ ਦਾ ਸਮਾਂ ਸੀ, ਕਿਉਂ ਨਾ ਬੋਲੇ। ਅੱਜ ਹਾਂ ਦਾ ਨਾਰਾ ਫਿਰ ਉਹ ਮਾਰ ਗਿਆ, ਸ਼ੇਰ ਮੁਹੰਮਦ ਖਾਂ ਵਾਂਗੂ, ਉਹ ਨਵਾਬ ਮਲੇਰਕੋਟਲੇ ਵਾਂਗੂ, ਉਹ ਤਾਂ ਹਾਰਾ ਨਾਰਾ ਮਾਰ ਗਏ ਨੇ। ਉਹਨਾਂ ਨੇ ਪਹਿਲਾਂ ਵੀ ਆਪਣੀ ਨੌਕਰੀ ਤਿਆਗੀ ਸੀ। ਪਰ ਅੱਜ ਬੜਾ ਦੁੱਖ ਲੱਗਾ, ਕੱਲੇ ਸਾਨੂੰ ਇੰਨੇ ਕੁ ਜੀਆਂ ਨੂੰ ਨਹੀਂ ਲੱਗਾ, ਕਰੋੜਾਂ ਪੰਜਾਬੀ ਦੁਖੀ ਨੇ, ਦੁਨੀਆ ਭਰ ਵਿੱਚ ਬੈਠੇ ਉਹ ਤੁਹਾਡੇ ਵੱਲ ਦੇਖਦੇ ਪਏ ਨੇ ਕਿ ਤੁਸੀਂ ਅੱਜ ਕੀ ਕਰ ਰਹੇ ਹੋ। ਤੇ ਇਹ ਪਤਾ ਨਹੀਂ ਹੁਣ ਕੀ, ਉਹ ਜਿਹੜੀ ਗੱਲ ਕਹਿੰਦੇ ਨਾ ਰਿਮੋਟ ਕਿੱਥੇ ਚਲਾ ਗਿਆ, ਰਿਮੋਟ ਕਿੱਥੇ ਚਲਾ ਗਿਆ। ਹੁਣ ਤਾਂ ਇਹ ਸਮਝ ਨਹੀਂ ਆਉਂਦੀ ਕਿ ਕੇਜਰੀਵਾਲ ਸਾਹਿਬ ਖੁਦ ਜਿਹੜੇ ਗੱਲਾਂ ਕਰਦੇ ਸੀ, ਸਾਨੂੰ ਸਟੇਜਾਂ ਤੇ ਬੁਲਾ ਕੇ ਐਲਾਨ ਕਰਦੇ ਸੀ, ਗਰੰਟੀਆਂ ਦਿੰਦੇ ਸੀ, ਹੁਣ ਰਿਮੋਟ ਕਿਹਦੇ ਹੱਥ 'ਚ ਹੈ। ਤੇ ਇਹ ਗੱਲ ਸਮਝੋ ਬਾਹਰੀ ਹੋ ਗਈ ਹੈ। ਸੋ ਬੜਾ ਮਨ ਦੁਖੀ ਵੀ ਆ, ਰੋਹ ਵੀ ਆ, ਰੋਸ ਵੀ ਆ, ਤੇ ਕਈਆਂ ਦੀ ਕਾਰਗੁਜ਼ਾਰੀ ਤੇ ਤਾਂ ਸਹੀ ਗੱਲ ਰੋਣਾ ਆ ਰਿਹਾ ਅੱਜ। ਅੱਖਾਂ ਨਮ ਹੋ ਰਹੀਆਂ ਨੇ। ਪਰ ਇਸ ਦੇ ਵਿੱਚ ਅਗਰ ਜੇ ਦੇਖਿਆ ਜਾਵੇ ਤਾਂ ਤੁਸੀਂ ਦੂਰ ਦਰਾਡੇ ਤੋਂ ਪਹੁੰਚੇ, ਅੱਜ ਵਿਸ਼ੇਸ਼ ਧੰਨਵਾਦ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਜੀ ਦਾ। ਤਾਂ ਇਸ ਦੇ ਵਿੱਚ ਹੋਰ ਕੋਈ ਵੱਡੇ ਕਦਮ ਚੁੱਕੇ ਜਾ ਸਕਦੇ ਨੇ ਜਾਂ ਐਸਜੀਪੀਸੀ ਨਾਲ ਕੋਈ ਗੱਲਬਾਤ ਹੋ ਸਕਦੀ ਹੈ? ਕਿਉਂਕਿ ਅਗਰ ਜੇ ਗੱਲ ਕੀਤੀ ਜਾਵੇ ਸਿੱਖਾਂ ਦਾ ਮੁੱਦਾ ਹੈ, ਪੂਰੇ ਦੇਸ਼ ਦੇ ਵਿੱਚ ਸਿੱਖ ਵੱਸਦੇ ਨੇ। ਕੀ ਲੱਗਦਾ ਵੀ ਵਾਕਈ ਇਸ ਵਾਰ ਜਿਹੜਾ ਮੁੱਦਾ ਹੋਰ ਚੁੱਕਿਆ ਜਾਏਗਾ ਕਿ ਪਿਛਲੀ ਵਾਰ ਵਾਂਗੂ ਫਿਰ ਦਬਿਆ ਰਹਿ ਜਾਏਗਾ? ਨਹੀਂ, ਮੁੱਦਾ ਤਾਂ ਹੁਣ ਚੁੱਕਿਆ ਗਿਆ ਜੀ, ਮੁੱਦਾ ਹੁਣ ਨਹੀਂ ਦੱਬਿਆ ਰਹਿ ਸਕਦਾ, ਕਿਉਂਕਿ ਇਹਨਾਂ ਨੂੰ ਜਿਹੜਾ ਮੌਕਾ ਦਿੱਤਾ ਹੈ, ਇਹਨਾਂ ਨੂੰ ਮੌਕਾ ਹੀ ਇਸੇ ਵਾਸਤੇ ਦਿੱਤਾ ਗਿਆ ਸੀ ਕਿ ਬੇਅਦਬੀਆਂ ਦਾ ਸਾਡਾ ਇਨਸਾਫ ਕਰ ਦਿਓ। ਅੱਜ ਵੀ ਸੰਗਰੂਰ ਦੇ ਪਿੰਡਾਂ 'ਚ ਜਾ ਕੇ ਗੱਲ ਕਰ ਲਓ ਤੁਸੀਂ ਵੀ। ਮੈਂ ਚਾਹਾਂਗਾ ਸਾਰੇ ਮੀਡੀਆ ਵਾਲਿਆਂ ਨੂੰ ਇੱਕ ਵਾਰੀ ਇੱਕ ਦੌਰਾ ਕਰ ਲਓ ਅੱਜ ਪਿੰਡਾਂ ਦਾ, ਤੇ ਉਹਨਾਂ ਨੂੰ ਪੁੱਛ ਲਓ ਕਿ ਕਿਉਂ ਹਰਾਇਆ ਤੁਸੀਂ ਭਗਵੰਤ ਮਾਨ ਸਾਹਿਬ ਨੂੰ। ਭਗਵੰਤ ਮਾਨ ਸਾਹਿਬ ਹੀ ਹਾਰੇ ਨੇ ਨਾ, ਚਾਹੇ ਉਹਨਾਂ ਨੇ ਆਪਣਾ ਕੋਈ ਸਾਥੀ, ਉਹਦਾ ਫਰੈਂਡ ਉਹਨਾਂ ਨੇ ਆਪਣਾ ਖੜਾ ਕੀਤਾ ਸੀ, ਸਰਪੰਚ ਜਿਹੜਾ ਗੁਰਮੇਲ ਸਿੰਘ, ਪਰ ਹਾਰੇ ਤਾਂ ਇਹੀ ਨੇ ਨਾ ਜਿਹੜੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਨੇ 3 ਮਹੀਨੇ ਪਹਿਲਾਂ। ਉਹਨਾਂ ਨੂੰ ਕਿਉਂ ਹਰਾਇਆ? ਤੁਸੀਂ ਬੇਮਿਸਾਲ ਸਜ਼ਾ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਸਾਹਿਬ। ਇਹ ਪੰਜਾਬੀ ਹਰ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਹੈ ਨਾ, ਉਹ ਹਰ ਗੱਲ ਸਾਡੇ ਸੀਨੇ 'ਚ ਵਸੀ ਹੁੰਦੀ ਹੈ। ਮੈਨੂੰ ਅੱਜ ਵੀ ਯਾਦ ਹੈ ਜਿੱਦਣ ਸ਼੍ਰੀ ਦਰਬਾਰ ਸਾਹਿਬ ਬੇਅਦਬੀ ਹੋਈ ਸੀ, ਤੇ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਮੀਡੀਆ ਨੇ ਜਦੋਂ ਉਹਨੂੰ ਪੁੱਛਿਆ ਸੀ, ਕਹਿੰਦੇ ਸੀ ਬਹੁਤ ਸਖਤ ਸਜ਼ਾਵਾਂ ਦੇਵਾਂਗੇ। ਹੁਣ ਕਿੱਥੇ ਨੇ ਉਹ ਸਜ਼ਾਵਾਂ? ਕੌਣ ਦੇ ਰਿਹਾ? ਅੱਜ ਵੀ ਬੇਅਦਬੀਆਂ ਹੋ ਰਹੀਆਂ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਲਾਗੇ 500 ਮੀਟਰ ਤੇ ਬੇਅਦਬੀ ਹੋ ਜਾਂਦੀ ਹੈ। ਆਪਣੇ ਧਾਲੀਵਾਲ ਸਾਹਿਬ ਦੀ ਰੈਜ਼ੀਡੈਂਸ ਦੇ ਉੱਥੋਂ 10 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ 'ਚ ਬੇਅਦਬੀ ਹੋਈ। ਕਿਸੇ ਨੇ ਜ਼ਰੂਰੀ ਨਹੀਂ ਸਮਝਿਆ ਉੱਥੇ ਜਾਣਾ। ਕਿ ਆਪਾਂ ਠੀਕ ਹੈ, ਆਰਟਿਸਟਾਂ ਦੇ ਵੀ ਉਹਨਾਂ ਦਾ ਇੱਕ ਆਪਣਾ ਮਰਤਬਾ ਹੈ, ਜਾਂ ਉਹਨਾਂ ਦੇ ਹੁਣ ਮੂਸੇਵਾਲ ਸਾਹਿਬ ਉਹਨਾਂ ਦੀ ਡੈਥ ਹੋਈ, ਗਏ ਨੇ ਉੱਥੇ, ਪਰ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਉੱਥੇ ਨਹੀਂ ਸੀ ਜਾਣਾ ਚਾਹੀਦਾ? ਜੇ ਉੱਥੇ ਜਾਂਦੇ ਤੇ ਸਾਰੀ ਪੁਲਿਸ ਹਰਕਤ 'ਚ ਨਾ ਆਉਂਦੀ। ਇਹ ਲੈਕ ਆਫ ਸੀਰੀਅਸਨੈਸ ਜਿਹੜੀ ਆ ਨਾ, ਜਿਹੜੀ ਤੁਹਾਡੀ, ਉਹ ਪਤਾ ਨਹੀਂ, ਸਹੀ ਗੱਲ ਆ, ਮੈਂ ਟੋਟਲੀ ਕਨਫਿਊਜ਼ ਹਾਂ। ਤੁਹਾਡੀ ਬਾਕੀ ਸਾਰੀਆਂ ਡਿਬੇਟਸ ਸੁਣਦਾ ਵਾਂ, ਤੁਹਾਡੇ ਹਰ ਗੱਲ ਦੇ ਉੱਤੇ ਤੁਹਾਡੇ 'ਚ ਜਜ਼ਬਾ ਹੈ। ਮਾਨ ਸਾਹਿਬ ਉਹ ਜਜ਼ਬਾ ਕਿੱਥੇ ਚਲਾ ਗਿਆ ਜਿਹੜਾ ਪੰਜਾਬ ਤੁਹਾਡੇ ਤੋਂ ਭਾਲਦਾ ਪਿਆ? ਅੱਜ ਹਾਂ ਦਾ ਨਾਰਾ ਕਿਉਂ ਮਾਰਨਾ ਪਿਆ? ਇਹ ਕੋਈ ਵਜ਼ੀਰ ਖਾਨ ਦੀ ਕਚਹਿਰੀ ਸੀ? ਇਹ ਕੋਈ ਵਜ਼ੀਰ ਖਾਨ ਦੀ ਕਚਹਿਰੀ ਸੀ? ਪੰਜਾਬ ਦੀ ਵਿਧਾਨ ਸਭਾ ਸੀ। ਇੱਥੇ ਤਾਂ ਦੁਸ਼ਮਣ ਨਹੀਂ ਸੀਗੇ, ਪਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਉਹ ਬੋਲ ਪਏ, ਕੁੰਵਰ ਵਿਜੇ ਪ੍ਰਤਾਪ ਬੋਲ ਪਏ। ਬਾਕੀਆਂ ਦੇ ਮੂੰਹ ਨੂੰ ਕਿਉਂ ਜਿੰਦਰੇ ਵੱਜ ਗਏ? ਇਹ ਸਭ ਤੋਂ ਵੱਡਾ ਸਵਾਲ ਹੈ ਅੱਜ ਦਾ, ਤੇ ਇਹਦਾ ਜਵਾਬ ਤੁਹਾਨੂੰ ਪੰਜਾਬ ਨੂੰ ਦੇਣਾ ਪੈਣਾ।
ਇਹ ਦੇਣਾ ਪੈਣਾ। ਤੇ ਬਾਕੀ ਗੱਲ ਜਿਹੜੀ ਵੀਰ ਜੀ ਤੁਸੀਂ ਪੁੱਛੀ ਆ ਨਾ, ਇਹ ਮਸਲਾ ਹੁਣ ਠੰਡਾ ਨਹੀਂ ਜੇ ਪੈਣਾ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਨੇ, ਦਰਦੀ ਨੇ, ਜਿਨ੍ਹਾਂ ਨੂੰ ਸਾਲਿਆ, ਉਹਨਾਂ ਨੇ ਹੁਣ ਘਰਾਂ 'ਚ ਨਹੀਂ ਬਹਿਣਾ। ਜੇ ਅਸੀਂ ਉੱਥੇ ਸਾਡੇ ਨਾਲ ਜਿਹੜੇ ਵੀਰ ਬੈਠੇ ਨੇ ਦਿੱਲੀ ਮੋਰਚੇ ਦੇ ਉੱਤੇ 13 ਮਹੀਨੇ ਅਸੀਂ ਵਾਰੀਆਂ ਲਾਉਂਦੇ ਸੀ ਨਾ ਵੀ ਹਾਂ ਅੱਜ ਸਾਰਿਆਂ ਦੇ ਇੱਕ ਵਾਰੋ ਵਾਰੀ ਜਾਣਾ ਉੱਥੇ, ਤੇ ਹੁਣ ਮੋਰਚੇ ਦੀ ਕੋਈ ਗੱਲ ਨਹੀਂ। ਜੇ ਇੱਥੇ ਨਹੀਂ ਇਹਨਾਂ ਨੂੰ ਸਮਝ ਆਉਂਦੀ, ਜੇ ਇਹਨਾਂ ਨੂੰ ਸਿਰਫ ਸਟੇਜਾਂ ਤੇ ਕੰਪੇਨਾਂ ਦੇ ਦੌਰਾਨ ਹੀ ਸਾਡੀ ਗੱਲ ਸਮਝ ਆਉਂਦੀ ਹੈ, ਤੇ ਹਿਮਾਚਲ ਸਾਡੇ ਤੋਂ ਦੂਰ ਨਹੀਂ ਤੇ ਹਰਿਆਣਾ ਸਾਡੇ ਤੋਂ ਦੂਰ ਨਹੀਂ। ਅਸੀਂ ਉੱਥੇ ਜਾ ਕੇ ਫਿਰ ਡਿਮਾਂਡ ਰੱਖਾਂਗੇ ਕਿ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ। ਜੋ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕੋ, ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਸਜ਼ਾਵਾਂ ਦਿਓ, ਤੇ ਅੱਗੇ ਤੋਂ ਰੋਕਣ ਦੇ ਵਾਸਤੇ ਇੱਥੇ ਕੋਈ ਐਂਟੀ ਬੇਅਦਬੀ ਜਿਹੜੀ ਟਾਸਕ ਫੋਰਸ ਦਾ ਗਠਨ ਕਰੋ। ਆਮ ਪੁਲਿਸ ਮੁਲਾਜ਼ਮ ਕੀ ਦੱਸਾਂ, ਗੱਲਾਂ ਇੰਨੀਆਂ ਨੇ, ਮੈਨੂੰ ਲੱਗਦਾ ਤੁਹਾਡੇ 2 ਘੰਟੇ ਲੱਗ ਜਾਣਗੇ। ਸਾਡੇ ਉੱਥੇ ਬਟਾਲੇ ਦੇ ਵਿੱਚ 10:30 ਵਜੇ ਰਾਤ ਜਿੱਦਾਂ ਗੁਰਦੁਆਰਾ ਸਾਹਿਬ ਦਾ ਗੇਟ ਟੱਪ ਕੇ ਬੰਦਾ ਅੰਦਰ ਆ ਗਿਆ। 2 ਦਿਨ ਲੱਗ ਗਏ, ਉਹ ਵੀ ਮੈਂ ਪਰਸਨਲੀ ਇੰਟਰਫੇਅਰ ਕਰਕੇ ਉੱਥੋਂ ਦੇ ASI ਨੂੰ ਨਾਲ ਲਿਜਾ ਕੇ ਤੇ ਫਿੰਗਰਪ੍ਰਿੰਟ ਚੁਕਾਏ। ਹੁਣ ਇਹਨਾਂ ਦਾ ਪ੍ਰੋਸੀਜਰ ਕੀ ਹੈ? ਅਸੀਂ ਆਖਿਆ ਕਿ ਕੀ ਬਣਿਆ ਜੀ, ਫਿੰਗਰਪ੍ਰਿੰਟ ਤੁਸੀਂ ਲਏ ਸੀ? ਉਹ ਕਹਿੰਦੇ ਸੀ ਸਾਡੇ ਕੋਲ ਹੁਣ ਕੋਈ ਡਾਟਾ ਆਏਗਾ ਨਾ, ਜੇ ਹੋਰ ਕੋਈ ਕ੍ਰਿਮੀਨਲ ਆਏਗਾ ਤੇ ਉਹਦੇ ਫਿੰਗਰਪ੍ਰਿੰਟ ਮੈਚ ਕਰਕੇ ਦੇਖਾਂਗੇ। ਕਿ ਇਹ ਤਰੀਕਾ ਹੁੰਦਾ ਇਨਵੈਸਟੀਗੇਸ਼ਨ ਦਾ? ਕੋਈ ਸਾਰੇ ਇੰਡੀਅਨਸ ਦੇ, ਸਾਡੇ ਸਾਰਿਆਂ ਦੇ ਫਿੰਗਰਪ੍ਰਿੰਟ ਤੁਹਾਡੇ ਕੋਲ ਮੌਜੂਦ ਨੇ, ਜਿਨ੍ਹਾਂ ਦਾ ਵੀ ਆਧਾਰ ਕਾਰਡ ਬਣਿਆ। ਕੀ ਤੁਸੀਂ ਜਾਂਚ ਕਰਕੇ ਸਾਨੂੰ ਇਹ ਨਹੀਂ ਦੱਸ ਸਕਦੇ ਕੌਣ ਸੀ? ਜੇ ਉਹ ਬੇਅਦਬੀ ਕਰ ਜਾਂਦਾ ਫਿਰ ਇਹ ਕੌਣ ਜ਼ਿੰਮੇਵਾਰ ਹੁੰਦਾ? ਕਿਉਂ ਇੰਨੀਆਂ ਅਣਗਹਿਲੀਆਂ ਹੋ ਰਹੀਆਂ ਨੇ? ਇਹਨਾਂ ਦੀ ਜਾਂਚ ਕਿਉਂ ਨਹੀਂ ਹੋ ਰਹੀ? ਇਹ ਸਾਰੇ ਵੀਰ ਬੋਲਣ ਨੂੰ ਜੇ ਸਾਰੇ ਸ਼ੁਰੂ ਹੋ ਗਏ ਤੇ ਬਹੁਤ ਲੰਬਾ ਸਮਾਂ ਲੱਗ ਜਾਏਗਾ। ਸਾਨੂੰ ਪਤਾ ਕਿ ਰੋਜ਼ਾਨਾ ਸਪੋਕਸਮੈਨ ਤੁਹਾਡਾ ਵੀ ਸਮਾਂ ਕੀਮਤੀ, ਇਸ ਵੇਲੇ ਸਮਾਂ ਵੀ ਵਧੇਰੇ ਹੋ ਗਿਆ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਅੱਜ ਅਸੀਂ ਇੱਕ ਆਸ਼ਵਾਸਨ ਦੇਣਾ ਚਾਹੁੰਦੇ ਹਾਂ, ਸਿੱਖ ਕੌਮ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਦੀਆਂ ਦੇ ਵੱਲੋਂ ਇੱਕ ਆਸ਼ਵਾਸਨ ਦੇਣਾ ਚਾਹੁੰਦੇ ਹਾਂ। ਸਾਰੀ ਕੌਮ ਤੁਹਾਡੇ ਨਾਲ ਹੈ, ਤੁਹਾਡੀ ਪਿੱਠ ਤੇ ਖੜੀ ਆ। ਤੁਸੀਂ ਡਟੋ, ਸੰਘਰਸ਼ ਕਰੋ, ਜੋ ਵੀ ਤੁਸੀਂ ਕਰੋਗੇ ਅਸੀਂ ਤੁਹਾਡੀ ਪਿੱਠ ਦੇ, ਤੁਹਾਡੀ ਪੈੜਾ ਨਾਪ ਦੇ ਮਗਰ ਚੱਲਾਂਗੇ। ਅਸੀਂ ਇਹਨੂੰ ਹੁਣ ਠੰਡੇ ਬਸਤੇ 'ਚ ਨਹੀਂ ਪੈਣ ਦੇਣਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਰਕਾਰਾਂ ਨੂੰ ਵੀ, ਤੇ ਜਿਹੜੇ ਇਹਨਾਂ ਦੇ ਪਿੱਛੇ ਜੇ ਕੋਈ ਹੈਗਾ ਉਹ ਵੀ ਸਮਝ ਲੈ ਕਿ ਹੁਣ ਪੰਜਾਬੀਆਂ ਨੇ ਟਿਕ ਕੇ ਨਹੀਂ ਬਹਿਣਾ। ਉਹ ਤਾਂ ਸਾਡੀ ਰੋਜ਼ੀ ਰੋਟੀ ਦਾ ਮਸਲਾ ਸੀ, ਜਿਹੜਾ ਕਿਸਾਨੀ ਦਾ ਮਸਲਾ ਸੀ, ਸਾਡੀ ਰੋਜ਼ੀ ਰੋਟੀ ਦਾ। ਉੱਥੇ ਇਹ ਵੀਰ ਗਏ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈਗੀ। ਆ ਚੰਡੀਗੜ੍ਹ 'ਚ ਆਪਾਂ ਬੈਠੇ ਹਾਂ, ਜਿਹੜੇ ਵੀਰ ਸਾਡੇ ਨਾਲ ਅੱਜ ਇਹ ਉੱਥੇ ਸੰਘਰਸ਼ 'ਚ ਵੀ ਗਏ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ। ਜੇ ਉੱਥੇ ਜਾ ਕੇ ਲੜ ਸਕਦੇ ਆਪਣੇ ਭਰਾਵਾਂ ਵਾਸਤੇ, ਕਿ ਆਪਣੇ ਗੁਰੂ ਦੀ ਆਨ ਸ਼ਾਨ ਦੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ? ਅਸੀਂ ਕਰਾਂਗੇ ਤੇ ਬਹੁਤ ਜਲਦੀ ਕਰਾਂਗੇ। ਜਿਸ ਢੰਗ ਦੇ ਨਾਲ ਤੁਸੀਂ ਚੱਲ ਰਹੇ ਹੋ, ਇਸ ਢੰਗ ਦੇ ਨਾਲ ਇਹ ਰਾਜ ਭਾਗ ਨਹੀਂ ਚੱਲਣਾ। ਗੁਰੂ ਨੂੰ ਪਿੱਠ ਦਿਖਾ ਕੇ ਇਹ ਰਾਜ ਭਾਗ ਨਹੀਂ ਚੱਲਣੇ। ਪਹਿਲਿਆਂ ਦੇ ਨਹੀਂ ਚੱਲੇ ਤੇ ਤੁਸੀਂ ਵੀ ਉਸੇ ਰਾਹ ਚੱਲੇ। ਬੜਾ ਅਫਸੋਸ ਹੈ, ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਇਹ ਵੀ ਪਹਿਲਿਆਂ ਦੇ ਰਾਹ ਚੱਲ ਗਏ। ਮੈਨੂੰ ਕੋਈ ਕਹਿ ਰਿਹਾ ਸੀਗਾ, ਕਹਿੰਦਾ ਕਿ ਮਾਨ ਸਾਹਿਬ ਵੀ ਕੈਪਟਨ ਦੇ ਰਾਹ ਪੈ ਗਏ। ਉਹਨਾਂ ਨੇ ਵੀ ਵਾਅਦੇ ਕੀਤੇ ਸੀ, ਸਹੁੰਆਂ ਖਾਧੀਆਂ ਸੀ ਗੁਟਕਾ ਸਾਹਿਬ ਦੀਆਂ। ਠੀਕ ਹੈ ਨਾ, ਸਹੁੰਆਂ ਨਹੀਂ ਖਾਧੀਆਂ, ਪਰ ਇਹਨਾਂ ਦੇ ਬਿਆਨ ਅੱਜ ਵੀ ਸਾਡੇ ਕੋਲ ਵੀ ਨੇ, ਤੁਹਾਡੇ ਕੋਲ ਵੀ ਨੇ। ਜਦੋਂ ਇਹ ਬੇਮਿਸਾਲ ਸਜ਼ਾ ਦੀ ਗੱਲ ਕਰਦੇ ਸੀ, ਅੱਜ ਉਹ ਵਾਅਦੇ ਕਿੱਥੇ ਚਲੇ ਗਏ? ਅੱਜ ਤੁਹਾਡੀ ਪਤਾ ਨਹੀਂ ਕੀ ਮਜਬੂਰੀ ਹੋ ਗਈ ਹੈ, ਉਹ ਸਾਨੂੰ ਇਹ ਦੱਸ ਦਿਓ। ਅਸੀਂ ਵੀ ਤੁਹਾਡੇ ਸਪੋਰਟਰ ਹਾਂ, ਅਸੀਂ ਵੀ ਚਾਹੁੰਦੇ ਸੀ ਤੁਹਾਡੀ ਸਰਕਾਰ ਆਏ। ਸਾਨੂੰ ਵੀ ਲੋਕੀ ਪਹਿਲਾਂ ਮਿਹਣੇ ਮਾਰਦੇ ਹੁੰਦੇ ਸੀ, ਉਹ ਵੇਖ ਲਓ ਤੁਹਾਡੀ, ਸਾਨੂੰ ਕਹਿੰਦੇ ਤੁਹਾਡੀ ਪਾਰਟੀ ਹਾਰ ਗਈ। ਅੱਜ ਸਾਡਾ ਇਹ ਹਾਲ ਆ ਕਿ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ। ਬੜਾ ਦੁੱਖ ਹੈ, ਪਰ ਅਸੀਂ ਠੰਡੇ ਬਸਤੇ 'ਚ ਗੱਲ ਨਹੀਂ ਪੈਣ ਦੇਣੀ। ਨਾ ਅਸੀਂ ਠੰਡੇ ਹੋਣਾ ਤੇ ਨਾ ਇਹਨਾਂ ਨੂੰ ਹੋਣ ਦੇਵਾਂਗੇ। ਪਰ ਇਸ ਦੇ ਵਿੱਚ ਨਿਕਲੇਗਾ ਕਿ ਤੁਹਾਡੇ ਤੋਂ ਇੱਕ ਲਾਸਟ ਸਵਾਲ, ਕੀ ਉਮੀਦ ਹੈ? ਹੁਣ ਹਾਂ ਦਾ ਨਾਰਾ ਮਾਰਿਆ ਗਿਆ, ਕੀ ਉਮੀਦ ਨਿਕਲੇਗੀ? ਜਿਵੇਂ ਕਹਿ ਰਹੇ ਨੇ ਕਿ ਹੁਣ ਬੈਠਾਂਗੇ ਨਹੀਂ, ਟਿਕ ਕੇ ਨਹੀਂ ਬੈਠਾਂਗੇ, ਠੰਡੀ ਨਹੀਂ ਹੋਣ ਦੇਵਾਂਗੇ ਗੱਲ, ਕੀ ਉਮੀਦ ਜਤਾਈ? ਅਸੀਂ ਜੋ ਸਾਰੀ ਜਥੇਬੰਦੀ ਹੈ ਤਨ ਮਨ ਤਨ ਔਰ ਆਪਣਾ ਸਰੀਰ ਗੁਰੂ ਗ੍ਰੰਥ ਸਾਹਿਬ ਨੂੰ ਅਰਪਣ ਕਰਕੇ, ਆਪਾਂ ਦਿਨ ਰਾਤ ਇੱਕ ਕਰਕੇ ਜੋ ਬੇਅਦਬੀਆਂ ਦੀ ਇਹ ਗੱਲ ਹੈ, ਇਸ ਨੂੰ ਠੰਡੀ ਨਹੀਂ ਪੈਣ ਦਿਆਂਗੇ। ਆਪਣਾ ਤਨ ਮਨ ਤਨ ਸਭ ਗੁਰੂ ਦੇ ਅਰਪਣ ਕਰ ਦੇਣਾ। ਹੁਣ ਗੁਰੂ ਦੇ ਲਈ ਖੜਾਂਗੇ, ਕਿਉਂਕਿ ਪਹਿਲਾਂ ਵੀ ਕੋਸ਼ਿਸ਼ਾਂ ਸੀਗੀਆਂ ਕਿ ਖੜਦੇ ਰਹੇ, ਹੁਣ ਤਾਂ ਅੜੀ ਤੇ ਅੜਾਂਗੇ। ਪਰ ਇਸ ਦੇ ਵਿੱਚ ਦੇਖਣਾ ਕੀ ਹੋਏਗਾ ਬਾਕੀ, ਕਿਉਂਕਿ ਅੱਜ ਕੁੰਵਰ ਵਿਜੇ ਪ੍ਰਤਾਪ ਸੈਸ਼ਨ ਦੇ ਵਿੱਚ ਕਹਿੰਦੇ ਨੇ ਕਿ ਹਾਂ ਦਾ ਨਾਰਾ ਮਾਰਦੇ ਨੇ। ਉੱਥੇ ਜੋ ਕਿ ਗੁਰਪ੍ਰੀਤ ਸਿੰਘ ਜੀ ਪਹੁੰਚਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਆਪਣੇ ਸਾਰੇ ਜਿਹੜਾ ਵਫਦ ਲੈ ਕੇ ਆਉਂਦੇ ਨੇ, ਉਸ ਦੇ ਵਿੱਚ ਗੱਲਬਾਤ ਕਰਦੇ ਨੇ। ਕੁੰਵਰ ਵਿਜੇ ਪ੍ਰਤਾਪ ਜੀ ਦਾ ਧੰਨਵਾਦ ਵੀ ਕਰਕੇ ਆਉਂਦੇ ਨੇ ਕਿ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ। ਬੇਅਦਬੀ ਦਾ ਮੁੱਦਾ ਚੁੱਕਿਆ ਗਿਆ ਤਾਂ ਹੋਰਾਂ ਨੇ ਨਹੀਂ ਚੁੱਕਿਆ। ਬਾਕੀ ਵੀ 16 ਵਿਧਾਇਕ 17 ਬੈਠੇ ਹੋਏ ਸੀ, ਉਹ ਵੀ ਤਾਂ ਚੁੱਕ ਸਕਦੇ ਸੀ, ਉਹਨਾਂ ਨੇ ਪਰ ਨਹੀਂ ਚੁੱਕਿਆ। ਪਰ ਕੁੰਵਰ ਵਿਜੇ ਪ੍ਰਤਾਪ ਦਾ ਇਹਨਾਂ ਨੇ ਵਿਸ਼ੇਸ਼ ਧੰਨਵਾਦ ਕੀਤਾ। ਪਰ ਦੇਖਣਾ ਕੀ ਹੋਏਗਾ, ਇਸ ਦੇ ਵਿੱਚ ਨਿਕਲੇਗਾ ਕਿ
ਵਾਕਈ ਜਿਹੜੇ ਗੁਰੂ ਦੇ ਬੇਅਦਬੀ ਕਰਨ ਵਾਲੇ ਸੀ, ਜਿਨ੍ਹਾਂ ਨੇ ਬੇਅਦਬੀ ਕੀਤੇ ਸੀ, ਵਾਕਈ ਸਲਾਖਾਂ ਦੇ ਪਿੱਛੇ ਹੋਣਗੇ ਜਾਂ ਇਹਦੇ ਵਿੱਚ ਫਿਰ ਤੋਂ ਢਿਲਮਸ ਵੱਟੀ ਜਾਏਗੀ। ਹੁਣ ਦੇਖਣਾ ਹੋਏਗਾ। ਤਸਵੀਰ ਤੁਹਾਡੇ ਸਾਹਮਣੇ ਸੀ, ਵਿਚਾਰ ਵੀ ਤੁਹਾਡੇ ਸਾਹਮਣੇ ਸੀ। ਤੁਸੀਂ ਵੀ ਸਾਡੇ ਨਾਲ ਵਿਚਾਰ ਜੂ ਸਾਂਝੇ ਕਰਿਓ। ਕੈਮਰੇ ਸਾਥ ਜੋਗਦੇ ਸੀ ਸਮੀਰ। ਧੰਨਵਾਦ।